ओके स्टूडेंट्स, तो लास्ट जिहड़ा लैक्चर सीगा ਉਹਦੇ ਵਿੱਚ ਆਪਾਂ ਜਿਹੜੇ ਨੈਟਵਰਕ ਟਰਬਲ ਸ਼ੂਟਿੰਗ ਟੂਲਸ ਪੜ੍ਹ ਰਹੇ ਸੀਗੇ। ਆਪਾਂ ਪਿੰਗ ਵੀ ਕਰ ਲਿਆ ਸੀ, ਆਈਪੀ ਕੌਨਫਿਗ ਵੀ ਕਰ ਲਿਆ ਸੀਗਾ, ਆਈਐਫ ਕੌਨਫਿਗ, ਨੈਟਸਟੈਟ ਐਂਡ ਟ੍ਰੇਸਰੂਟ, ਐਂਡ ਉਸ ਤੋਂ ਬਾਅਦ ਆਪਾਂ ਲਾਸਟ ਐਨ ਮੈਪ ਕੀਤਾ ਸੀਗਾ। ਅੱਜ ਆਪਾਂ TCP ਡੰਪ ਕਰਾਂਗੇ। TCP ਡੰਪ ਸੋ ਇਹ ਕੀ ਚੀਜ਼ ਹੈ? TCP dump is a most powerful and widely used command line packet sniffer or packet analyzer tool which is used to capture or filter TCP packets that received or transferred over a network on specific interface. TCP dump also gives us an option to save capture packets in a file or future analysis. It saves the file in PCAP format. ਹੁਣ ਇਹਦਾ ਮਤਲਬ ਕੀ ਹੈਗਾ? ਦੇਖੋ, ਜਿਹੜੇ ਪੈਕਟ ਸਾਨੂੰ ਪਤਾ ਕਿ ਸਾਡਾ ਡਾਟਾ ਜਿਹੜਾ ਨੈਟਵਰਕ ਦੇ ਉੱਤੇ ਇਨ ਫਾਰਮ ਆਫ ਪੈਕਟਸ ਟ੍ਰਾਂਸਫਰ ਹੁੰਦਾ, ਠੀਕ ਹੈ। ਹੁਣ ਅਸੀਂ ਅਗਰ ਵੇਖਣਾ ਚਾਹੁੰਦੇ ਹਾਂ ਕਿ ਇੱਕ ਨੈਟਵਰਕ ਦੇ ਉੱਤੇ ਕਿੰਨੇ ਪੈਕਟਸ ਟ੍ਰਾਂਸਫਰ ਹੋ ਰਹੇ ਆ, ਕਿੱਥੋਂ ਹੋ ਰਹੇ ਆ, ਕਿਹੜੀ ਪੋਰਟ ਤੋਂ ਹੋ ਰਹੇ ਆ, ਠੀਕ ਹੈ। ਅਸੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਹਾਂ ਫॉर द ਫਿਊਚਰ ਐਨਾਲਿਸਿਸ, ਕਹਿ ਲਓ ਟ੍ਰੈਫਿਕ ਮੈਨੇਜਮੈਂਟ ਵਾਸਤੇ ਦੇਖਣਾ ਚਾਹੁੰਦੇ ਹਾਂ, ਠੀਕ ਹੈ, ਜਾਂ ਕਿਸੇ ਹੋਰ ਪਰਪਸ ਵਾਸਤੇ ਦੇਖਣਾ ਚਾਹੁੰਦੇ ਹਾਂ। ਦੈਨ ਵੀ ਹੈਵ ਟੂ ਯੂਜ਼ ਕਮਾਂਡ ਜਾਂ ਕਹਿ ਲਓ ਟੂਲ TCP ਡੰਪ। ਕੀ ਹੈਗਾ TCP ਡੰਪ? ਇੱਕ ਪੈਕਟ ਐਨਾਲਾਈਜ਼ਰ ਹੈ। ਜਿਹੜੇ ਨੈਟਵਰਕ ਦੇ ਪੈਕਟ ਇੱਕ ਦੂਸਰੇ ਤੋਂ ਟ੍ਰਾਂਸਫਰ ਹੁੰਦੇ ਜਾਂ ਉਹਨਾਂ ਨੂੰ ਆਪਾਂ ਫਿਲਟਰ ਕਰਨਾ, ਤਾਂ ਆਪਾਂ ਇੱਕ ਯੂਜ਼ ਕਰਦੇ ਹਾਂ ਕਮਾਂਡ ਦੈਟ ਇਜ਼ TCP ਡੰਪ, ਠੀਕ ਹੈ। ਦੇਖੋ, ਅਗਰ ਕੋਈ ਸੜਕ ਹੈਗੀ ਹੈ, ਅਸੀਂ ਉੱਤੇ ਦੇਖਣਾ ਵੀ ਕਿਹੜਾ ਕਿੱਧਰੋਂ ਟ੍ਰੈਫਿਕ ਜ਼ਿਆਦਾ ਆ ਰਿਹਾ ਹੈਗਾ। ਮੰਨ ਲਓ BMC ਚੌਂਕ ਹੈ, ਉੱਥੇ ਆਪਾਂ ਦੇਖਣਾ ਚਾਹੁੰਦੇ ਹਾਂ ਵੀ ਨਕੋਦਰ ਚੌਂਕ ਵੱਲੋਂ ਜ਼ਿਆਦਾ ਟ੍ਰੈਫਿਕ ਆਉਂਦਾ, ਕਿੱਧਰੋਂ ਆਉਂਦਾ। ਦੈਨ ਵੀ ਹੈਵ ਟੂ ਐਨਾਲਾਈਜ਼, ਸਾਨੂੰ ਕੈਪਚਰ ਕਰਨਾ ਪਊਗਾ, ਸਾਨੂੰ ਦੇਖਣਾ ਪਊਗਾ ਵੀ ਕਿੱਧਰੋਂ ਟ੍ਰੈਫਿਕ ਆ ਰਿਹਾ, ਤਾਂ ਕਿ ਅਸੀਂ ਉਹਦੇ ਹਿਸਾਬ ਨਾਲ ਫਿਊਚਰ ਪਲੈਨਿੰਗ ਕਰ ਸਕੀਏ, ਠੀਕ ਹੈ। ਤੋ ਇੱਦਾਂ ਹੀ ਇਹਨੇ ਕਾਰਾਂ ਨਹੀਂ ਕਰਨੀਆਂ ਕੈਪਚਰ। ਇਹਨੇ ਕੀ ਕਰਨਾ? ਪੈਕਟ ਕੈਪਚਰ ਕਰਨੇ ਆ ਵੀ ਕਿਹੜਾ ਪੈਕਟ ਕਿਹੜੇ ਸੋਰਸ ਤੋਂ ਓਰੀਜੀਨੇਟ ਹੋ ਰਿਹਾ, ਕਿਹੜੀ ਪੋਰਟ ਤੋਂ ਓਰੀਜੀਨੇਟ ਹੋ ਰਿਹਾ, ਐਂਡ ਸੋ ਔਨ, ਠੀਕ ਹੈ, ਐਂਡ ਕਿਹੜੇ ਪ੍ਰੋਟੋਕੋਲ ਤੋਂ ਓਰੀਜੀਨੇਟ ਹੋ ਰਿਹਾ। ਤੋ ਇੱਦਾਂ ਇਹ ਪੈਕਟ ਨੂੰ ਜਿਹੜਾ ਹੈਗਾ ਉਹ ਕੈਪਚਰ ਕਰਦਾ। ਪੈਕਟ ਕੈਪਚਰ ਕਰਨ ਤੋਂ ਬਾਅਦ ਅਸੀਂ ਕੈਪਚਰਡ ਪੈਕਟ ਨੂੰ ਸੇਵ ਵੀ ਕਰ ਸਕਦੇ ਹਾਂ, ਐਂਡ ਸੇਵ ਕੀਤਾ ਹੋਇਆ ਜਿਹੜਾ ਪੈਕਟ ਹੈਗਾ ਦੈਟ ਵਿਲ ਸੇਵ ਇਨ ਦੀ ਫਾਰਮੈਟ ਆਫ PCAP। ਜਿੱਦਾਂ ਵਰਡ ਦੀ ਫਾਈਲ ਡਾਕਸ ਫਾਰਮੈਟ 'ਚ ਸੇਵ ਹੁੰਦੀ ਹੈ, ਇਮੇਜ JPG ਜਾਂ PNG ਜਾਂ ਹੁੰਦੀ ਹੈਗੀ ਹੈ, ਗਾਣਾ MP3 ਹੁੰਦਾ। ਇੱਦਾਂ ਹੀ ਜਦੋਂ ਆਪਾਂ TCP ਡੰਪ ਦੀ ਫਾਈਲ ਨੂੰ ਸੇਵ ਕਰਦੇ ਹਾਂ, ਉਹਦਾ ਫਾਰਮੈਟ ਕਿਹੜਾ ਬਣਦਾ? PCAP। ਦਿਸ ਇਜ਼ PCAP ਫਾਰਮੈਟ। ਇੰਨੀ ਗੱਲ ਕਲੀਅਰ ਹੈ? ਫਿਰ ਆਪਾਂ ਅੱਗੇ ਚੱਲੀਏ। ਕਲੀਅਰ ਹੈ ਬੇਟੇ? ਓਕੇ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਕਿ ਹੁਣ ਇਹਦੀ ਆਊਟਪੁੱਟ ਜਿਹੜੀ ਆ ਉਹ ਕਿਵੇਂ ਆਉਣੀ, ਕਿਹੜੇ ਫਾਰਮੈਟ 'ਚ ਆਉਣੀ ਆ, ਤਾਂ ਆਊਟਪੁੱਟ ਲਈ ਪਹਿਲਾਂ ਸਭ ਤੋਂ ਟਾਈਮ ਸਟੈਂਪ ਆਏਗੀ। ਉਸ ਤੋਂ ਬਾਅਦ ਕਿਹੜਾ ਪ੍ਰੋਟੋਕੋਲ ਯੂਜ਼ ਹੋ ਰਿਹਾ, ਟਾਈਮ ਸਟੈਂਪ ਹੁੰਦੀ ਹੈ ਵੀ ਕਿੰਨੇ ਟਾਈਮ ਕੀ ਹੈ, ਕਰੰਟ ਟਾਈਮ ਕੀ ਹੈ, ਕਿੰਨੇ ਮਿੰਟ ਹੈ, ਕਿੰਨੇ ਸੈਕਿੰਡ ਹੈ। ਉਸ ਤੋਂ ਬਾਅਦ ਪ੍ਰੋਟੋਕੋਲ ਕਿਹੜਾ ਯੂਜ਼ ਹੋ ਰਿਹਾ, UDP ਹੈ ਨਾ, TCP ਕਿਹੜਾ ਯੂਜ਼ ਹੋ ਰਿਹਾ। ਦੈਨ ਸੋਰਸ IP, ਸੋਰਸ ਦੀ ਪੋਰਟ ਕਿਹੜੀ ਹੈਗੀ ਹੈ, ਡੈਸਟੀਨੇਸ਼ਨ ਦਾ IP, ਡੈਸਟੀਨੇਸ਼ਨ ਦੀ ਪੋਰਟ ਕਿਹੜੀ ਹੈ। ਪੋਰਟ ਆਪਾਂ ਲਾਸਟ ਲੈਕਚਰ 'ਚ ਸਮਝਿਆ ਸੀਗਾ, ਠੀਕ ਹੈ। ਸੋ ਦੇ ਕਿੰਨੀਆਂ ਪੋਰਟਸ ਹੁੰਦੀਆਂ? 0 ਤੋਂ ਲੈ ਕੇ 65535, ਠੀਕ ਹੈ। ਹਰ ਪੋਰਟ ਚੱਲਦੀ ਹੁੰਦੀ ਹੈ। ਫਲੈਗ ਕਿਹੜਾ ਯੂਜ਼ ਹੋ ਰਿਹਾ, ਸੀਕੁਐਂਸ ਕਿਹੜਾ ਹੈਗਾ, ਅਕਨੋਲਜਮੈਂਟ ਕੀ ਹੈ, ਵਿਨ ਸਾਈਜ਼ ਕੀ ਹੈਗੀ ਹੈ, ਐਂਡ ਡਾਟਾ ਲੈਂਥ ਕੀ ਹੈ, ਐਂਡ ਕੋਈ ਅਗਰ ਕੋਈ ਆਪਸ਼ਨ ਲੱਗੀ ਹੋਈ ਹੈ ਤਾਂ ਉਹ ਵੀ ਸਾਨੂੰ ਡਿਸਪਲੇ ਹੋਏਗੀ। ਜਦੋਂ ਹੀ ਆਪਾਂ TCP ਡੰਪ ਕਮਾਂਡ ਲਵਾਂਗੇ ਤਾਂ ਸਾਨੂੰ ਇਸ ਫਾਰਮੈਟ ਦੇ ਵਿੱਚ ਸਾਡੀ ਆਊਟਪੁੱਟ ਡਿਸਪਲੇ ਹੋਊਗੀ। ਸਭ ਤੋਂ ਪਹਿਲਾਂ ਟਾਈਮ ਸਟੈਂਪ ਹੋਏਗੀ, ਦੈਨ ਪ੍ਰੋਟੋਕੋਲ ਕਿਹੜਾ ਚੱਲ ਰਿਹਾ ਉਹ ਹੋਏਗਾ, ਸੋਰਸ IP ਕੀ ਹੈ, ਸੋਰਸ ਦੀ ਪੋਰਟ ਕਿਹੜੀ ਤੋਂ ਪੈਕਟ ਓਰੀਜੀਨੇਟ ਹੋਇਆ, ਡੈਸਟੀਨੇਸ਼ਨ IP ਕੀ ਹੈ, ਕਿੱਥੇ ਕਿਹੜੀ ਪੋਰਟ 'ਤੇ ਜਾ ਰਿਹਾ ਡੈਸਟੀਨੇਸ਼ਨ ਦੀ, ਤੇ ਫਲੈਗ ਕਿਹੜਾ ਹੈਗਾ, सीक्वेंस की है, एक्नॉलेजमेंट की हैगी है, तो विन साइज़ की है,
ऑप्शन की हैगी है, डाटा लेंथ की हैगी है टोटल। ये चीज़ां सानू पता लगूगी। ठीक है, इंटरफेस नाउ गल समझण वाली ये हैगी है कि ਜਿਹੜਾ ਸਾਡਾ TCP ਡੰਪ ਹੈਗਾ ਇਹ ਲਿਨਕਸ ਦੇ ਵਿੱਚ ਯੂਜ਼ ਹੁੰਦਾ। ਲਿਨਕਸ ਦੀ ਕਮਾਂਡ ਹੈ TCP ਡੰਪ। ਸੋ ਸਾਨੂੰ ਲਿਨਕਸ ਦੇ ਵਿੱਚ ਹੀ ਚੱਲੂਗੀ ਇਹ ਕਮਾਂਡ। ਅਗਰ ਤੁਸੀਂ ਸੇਮ ਚੀਜ਼ ਵਿੰਡੋ ਦੇ ਵਿੱਚ ਲੈਣਾ ਚਾਹੁੰਦੇ ਆ ਤਾਂ ਵੀ ਹੈਵ ਟੂ ਇੰਸਟਾਲ ਸੌਫਟਵੇਅਰ ਦੈਟ ਇਜ਼ ਵਿਨ ਡੰਪ। ਸਾਨੂੰ ਇਹ ਕਮਾਂਡ ਜਿਹੜੀ ਆ ਉਹ ਲਿਨਕਸ 'ਚ ਚੱਲੂਗੀ, ਜਿਹਨੂੰ ਲਾਈਨਕਸ ਕਹਿ ਦਿੰਦੇ ਆ, ਐਕਚੁਅਲ ਪ੍ਰੋਨਾਊਂਸੀਏਸ਼ਨ ਇਜ਼ ਲਿਨਕਸ। ਠੀਕ ਹੈ, ਉਹ ਵੀ ਪੈਕੇਜ ਸਾਨੂੰ ਇੰਸਟਾਲ ਕਰਨਾ ਪੈਂਦਾ ਤਾਂ ਚੱਲਦੀ ਹੈ। ਸੋ ਅਸੀਂ ਇੱਕ ਕਮਾਂਡ ਲਗਾਉਂਦੇ ਆ ਸਭ ਤੋਂ ਪਹਿਲਾਂ TCP ਡੰਪ D। ਸੋ TCP ਡੰਪ D ਨੇ ਕੀ ਕਰਨਾ, ਜਿੰਨੇ ਵੀ ਸਾਡੇ ਇੰਟਰਫੇਸ ਹੈਗੇ ਆ, ਇੰਟਰਫੇਸ ਕਿਹੜਾ ਸਾਡਾ ਲੂਪ ਬੈਕ ਦਾ ਇੰਟਰਫੇਸ ਹੈ, ਕਿਹੜਾ ਸਾਡਾ ਬਲੂਟੁੱਥ ਦਾ ਹੈਗਾ, ਠੀਕ ਹੈ, ਸਾਰੇ ਇੰਟਰਫੇਸ ਜਿਹੜੇ ਆ ਉਹ ਸਾਨੂੰ ਖੋਲ ਕੇ ਦਿਖਾ ਦੇਣੇ ਆ ਵੀ ਸਾਡੇ ਸਿਸਟਮ ਦੇ ਨਾਲ ਦੇਖੋ ਕਿੰਨੇ ਇੰਟਰਫੇਸ ਹੈਗੇ ਆ। ਜਿੱਦਾਂ ENP0S3 ਇੰਟਰਫੇਸ ਮੀਨਸ ਜਿੱਥੇ ਸਾਡੇ ਲੈਨ ਕਾਰਡ ਹੈਗਾ, ਜਿਹਦੇ ਥਰੂ ਸਾਡੀ ਡਾਟਾ ਟਰਾਂਸਫਰ ਹੋ ਸਕਦਾ, ਉਹ ਸਾਨੂੰ ਇਹਨੇ ਖੋਲ ਕੇ ਦਿਖਾ ਦੇਣੇ ਆ। ਠੀਕ ਹੈ, USB 1 2, ਠੀਕ ਹੈ, ਸਾਨੂੰ ਸਾਰੀਆਂ ਚੀਜ਼ਾਂ ਖੋਲ ਕੇ ਦਿਖਾ ਦੂਗਾ ਵੀ ਤੁਹਾਡੇ ਨਾਲ ਇੰਨੇ ਬੜੇ ਇੰਟਰਫੇਸ ਲੱਗੇ ਹੋਏ ਆ। ਅਸੀਂ ਕਿਹੜੀ ਕਮਾਂਡ ਲਾਣੀ ਆ, TCP D, TCP ਡੰਪ D। TCP ਡੰਪ ਕਿਹੜੀ ਕਮਾਂਡ ਹੈ, -D। क्लियर है? ठीक है, it will show all the interfaces from where packets can transfer। ठीक है बच्चे, क्लियर है? फिर आप अगली कमांड करिए। इन्हें ਆਪਾਂ ਨੂੰ ਸਾਰੇ ਦੇ ਸਾਰੇ ਸਾਡੇ ਜਿਹੜੇ ਉਹ ਦਿਖਾ ਦੇਣੇ ਆ ਇੰਟਰਫੇਸ। ਉਸ ਤੋਂ ਬਾਅਦ ਅਗਰ ਆਪਾਂ ਕਿਸੇ ਸਪੈਸੀਫਿਕ ਇੰਟਰਫੇਸ ਦੇ ਪੈਕਟ ਦੇਖਣੇ ਹੋਣ, ਜਿੱਦਾਂ ਆਪਣੇ ਕੋਲ ਕਿੰਨੇ ਬੜੇ ਇੰਟਰਫੇਸ ਆਏ ਸੀਗੇ, ਆਪਾਂ ਕਿਸੇ ਸਪੈਸੀਫਿਕ ਇੰਟਰਫੇਸ ਦੇ ਦੇਖਣੇ ਆ ਤਾਂ ਆਪਾਂ ਕੀ ਲਿਖਾਂਗੇ, TCP ਡੰਪ I ਤੇ ਇੰਟਰਫੇਸ ਦਾ ਨਾਮ। ਸਾਨੂੰ ਇਹਨੇ ਟਾਈਮ ਲਊਗਾ, ਜਿੰਨੇ ਵੀ ਪੈਕਟਸ ਹੈਗੇ ਆ ਉਹ ਸ਼ੋਅ ਕਰਨੇ ਸ਼ੁਰੂ ਕਰ ਦੇਣੇ ਜਿਹੜੇ ਉਹ ਥਰੂ ਆ ਰਹੇ ਆ ਜਾਂ ਜਾ ਰਹੇ ਹੈਗੇ ਆ। ਠੀਕ ਹੈ, ਇਟ ਵਿਲ ਟੇਕ ਟਾਈਮ, ਥੋੜਾ ਜਿਹਾ ਟਾਈਮ ਲੱਗਦਾ ਬਿਕੋਜ਼ ਪੈਕਟਸ ਦਾ ਡਾਟਾ ਕੈਪਚਰ ਕਰਨਾ ਉਹਨੂੰ ਟਾਈਮ ਲੱਗਦਾ। ਸੋ ਦੇਖੋ ਪੈਕਟਸ ਦੀ ਲਿਸਟ ਸਾਡੇ ਕੋਲ ਆ ਗਈ ਹੈ, ਇਹਨੂੰ ਇਹ ਚੱਲੀ ਜਾਏਗਾ। ਅਗਰ ਇਹਨੂੰ ਹੁਣ ਤੁਸੀਂ ਬੰਦ ਕਰਨਾ ਤਾਂ ਅਸੀਂ ਕੀ ਕਰਾਂਗੇ, Ctrl+C ਪ੍ਰੈਸ ਕਰਾਂਗੇ ਤੇ ਬੰਦ ਹੋ ਜਾਏਗਾ। ਠੀਕ ਹੈ, ਹੁਣ ਉਸ ਤੋਂ ਬਾਅਦ ਅਗਰ ਅਸੀਂ ਕੋਈ ਸਪੈਸੀਫਿਕ ਨੰਬਰ ਆਫ ਪੈਕਟਸ ਹੀ ਕਰਨੇ, ਵੀ 5 ਕਰ ਦਿਓ, 2 ਕਰ ਦਿਓ, ਉਨੇ ਹੀ ਸਾਨੂੰ ਸ਼ੋਅ ਹੋਣ, ਕਿਉਂਕਿ ਆਪਾਂ ਜਿਹੜੀ ਪਿਛਲੀ ਕਮਾਂਡ ਲਾਈ ਹੈ ਉਹ 'ਚ ਤਾਂ ਜਿੰਨੇ ਮਰਜ਼ੀ ਪੈਕਟ ਆਈ ਜਾਣੇ ਆ ਤੇ ਸਾਨੂੰ ਆਪ ਬੰਦ ਕਰਨਾ ਪਊਗਾ Ctrl+C ਪ੍ਰੈਸ ਕਰਕੇ। ਹੁਣ ਅਸੀਂ ਚਾਹੁੰਦੇ ਹਾਂ ਵੀ ਸਾਡੇ ਕੋਲ ਇੱਕ ਹੀ ਪੈਕਟ ਆ ਜਾਵੇ ਜਾਂ 2 ਹੀ ਪੈਕਟ ਆਵੇ, ਤਾਂ ਸਾਡੇ ਕੋਲ ਉਹਦੇ ਲਈ ਵੀ ਕਮਾਂਡ ਹੈਗੀ ਹੈ। ਅਸੀਂ ਲਿਖਾਂਗੇ TCP ਡੰਪ I, ਸਿਮਿਲਰਲੀ ਉਹੀ ਉਹਦਾ ਨਾਮ ਇੰਟਰਫੇਸ ਦਾ, ਐਂਡ C, ਉਸ ਤੋਂ ਬਾਅਦ 1 ਦਾ ਮਤਲਬ ਸਾਡਾ ਇੱਕੋ ਹੀ ਪੈਕਟ ਕੈਪਚਰ ਹੋਊਗਾ, ਓਨਲੀ 1 ਪੈਕਟ ਵਿਲ ਬੀ ਕੈਪਚਰਡ। ਸੋ ਇਹਨੇ ਸਾਨੂੰ ਸਿੰਗਲ ਪੈਕਟ ਹੀ ਕੈਪਚਰ ਕਰਕੇ ਦੇਣਾ ਹੈਗਾ। ਸੋ ਦੇਖੋ ਤੁਸੀਂ ਇੱਥੇ ਕੀ ਲਿਖਿਆ, 1 ਪੈਕਟ ਕੈਪਚਰਡ। ਠੀਕ ਹੈ, ਹੁਣ ਤੁਸੀਂ ਦਾ ਫਾਰਮੈਟ ਅਗਰ ਦੇਖੋ ਤਾਂ ਜਿੱਥੇ ਆ 16 17 52 ਲਿਖਿਆ, ਦਿਸ ਇਜ਼ ਟਾਈਮ ਸਟੈਂਪ। ਠੀਕ ਹੈ, ਉਸ ਤੋਂ ਬਾਅਦ ਆ ਸੋਰਸ IP ਹੈ, ਠੀਕ ਹੈ, ਡੈਸਟੀਨੇਸ਼ਨ IP ਹੈਗਾ, ਐਂਡ ਉਸ ਤੋਂ ਬਾਅਦ ਸਾਡਾ ਲੈਂਥ ਕੀ ਹੈ, ਸਭ ਕੁਝ ਉਹ ਡਿਸਪਲੇ ਹੋ ਰਿਹਾ। ਠੀਕ ਹੈ, ਸੋ ਇਨ ਦਿਸ ਵੇ ਵੀ ਕੈਨ ਯੂਜ਼ ਦਿਸ ਕਮਾਂਡ ਕਿ ਅਗਰ ਅਸੀਂ ਸਪੈਸੀਫਿਕ ਨੰਬਰ ਆਫ ਪੈਕਟਸ ਹੀ ਡਿਸਪਲੇ ਕਰਾਉਣੇ ਹੋਣ ਤਾਂ ਅਸੀਂ ਕਰ ਸਕਦੇ ਹਾਂ। ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿਹੜਾ ਸਾਡਾ IP ਐਡਰੈਸ ਹੈ ਉਹਦੇ ਨਾਲ ਸਾਡੀ ਸਰਵਿਸ ਡਿਸਪਲੇ ਹੋ ਰਹੀ ਹੈ, ਕਿ ਜਦੋਂ ਆਪਾਂ ਆਊਟਪੁੱਟ ਲੈਂਦੇ ਹਾਂ IP ਐਡਰੈਸ ਦੇ ਨਾਲ ਕੀ ਸ਼ੋ ਹੋ ਰਹੀ ਹੈ, ਸਰਵਿਸ ਆ ਜਿਹੜੀ। ਠੀਕ ਹੈ, ਨੈਟ ਬਾਇਓਸ ਵਗੈਰਾ। ਤਾਂ ਅਸੀਂ ਕੀ ਚਾਹੁੰਦੇ ਹਾਂ, ਸਾਨੂੰ ਪੋਰਟ ਨੰਬਰ ਪਤਾ ਲੱਗੇ ਕਿ ਕਿਹੜੀ ਪੋਰਟ ਦੇ ਥਰੂ ਡਾਟਾ ਜਾ ਰਿਹਾ। ਸੋ ਸਾਡੇ ਕੋਲ ਇੱਕ ਕਮਾਂਡ ਹੋਰ ਹੈ ਜਿਹੜੀ ਹੁਣ ਆਪਾਂ ਲਾਵਾਂਗੇ,
ਜਿਹੜੀ ਕਮਾਂਡ ਦੇ ਥਰੂ ਆਪਾਂ ਦੇਖ ਸਕਦੇ ਹਾਂ। ਨੈਕਸਟ ਕਮਾਂਡ ਇਜ਼ TCP dump आई, फिर इंटरफेस का नाम, उस तो बाद असी लावांगे -NN एंड उस तो बाद नंबर ऑफ पैकेट्स किन्ने हैगे आ। तो सानू की करेगा हुण तुसीं आउटपुट देखो, इन्हें पोर्ट शो कर देनी है। देखो हुण अगर तुसीं देखोगे तो 138 सानू पोर्ट नंबर शो किया सोर्स एड्रैस के नाल, दूसरे पासे भी उन्हें पोर्ट नंबर शो किया डेस्टिनेशन के नाल। पहले केस च की सीगा कि सानू की शो कर रहा है सर्विस, किहड़ी सर्विस चल रही है, इस की सानू शो किया सी उन्हें पोर्ट नंबर। अगली जिहड़ी साडी कमांड हैगी है दैट विल शो स्पैसीफिक पोर्ट नंबर। असी अगर करना हैगा सॉरी दैट विल शो द पैकेट्स which is transferred from specific port number। कि असी किसी स्पैसीफिक पोर्ट नंबर दे पैकेट कैप्चर करने आ। असी लिखिया TCP dump आई, फिर इंटरफेस का नाम, पोर्ट नंबर देता असी 22, मतलब जेडे 22 नंबर पोर्ट तो पैकेट ट्रांसफर हो रहे आ सिर्फ वही सानू दिखूगे, बाकी सानू नहीं दिखूगे। ठीक है, ਜਿਹੜੇ 22 ਨੰਬਰ ਪੈਕਟ ਪੋਰਟ ਤੋਂ ਦੇਖੋ, ਹੁਣ ਤੁਸੀਂ ਦੇਖੋ ਜਿਹੜੇ ਪੈਕਟ ਹੈਗੇ ਦੇਖੋ ਸੋਰਸ IP ਦੇ ਨਾਲ ਦੇਖੋ ਕੀ ਹੈਗਾ 22 ਨੰਬਰ ਪੋਰਟ ਹੈ ਐਂਡ ਕਿੱਥੇ ਉਹ ਡੈਸਟੀਨੇਸ਼ਨ ਦਾ ਐਡਰੈਸ ਹੈਗਾ। ਸੋ ਜਿਹੜੇ ਪੈਕਟ ਸਿਰਫ 22 ਨੰਬਰ ਪੋਰਟ ਤੇ ਹੈ ਉਹ ਸਾਨੂੰ ਪੈਕਟ ਦਿਖੂਗੇ ਐਂਡ ਤੁਹਾਨੂੰ ਦੱਸਿਆ ਕਿ ਉਹ ਫਲੈਗ ਹੁੰਦਾ, ਸੀਕੁਐਂਸ ਹੁੰਦਾ ਐਂਡ ਲੈਂਥ ਹੁੰਦੀ ਹੈ। ਦੈਟ ਇਜ਼ ਦੀ ਫਾਰਮੈਟ ਆਫ ਦਿਸ ਆਊਟਪੁੱਟ। ਠੀਕ ਹੈ, एक मिनट रीस्टार्ट करना पड़ेगा इनू रूट नू। उस तो बाद की होएगा, उस तो बाद असी कमांड लगा सकते हैं अगर स्पैसीफिक प्रोटोकॉल तो असी देखना भी किहड़े पैकेट्स जा रहे हैं। स्पैसीफिक प्रोटोकॉल फिर असी लवांगे TCP dump आई, फिर वही इंटरफेस, फिर NN प्रोटोकॉल का नाम इतने लिख देंगे। फॉर एग्जाम्पल UDP IDP TCP कुछ भी लिख सकते हैं। असी UDP लिखांगे तो UDP का असी C1 तो लिखा भी सानू एको पैकेट चाहिए, अगर नहीं लिखांगे तो नंबर ऑफ पैकेट सानू दस दूगा। तो जोड़े पैकेट्स UDP तो ओरिजिनेट UDP तो ट्रांसफर UDP प्रोटोकॉल यूज़ हो रहा है जिन्होंने वो सानू शो हो जाएंगे। सिमिलरली अगर असी TCP देखना तो इंस्टैड ऑफ UDP असी की लिख देंगे, अगर TCP तो लिखने तो वट वी कैन राइट देयर in place of UDP what we will write UDP की जगह ते TCP लिख देंगे ना। ठीक है, कमांड दे विच देखो असी इत्थे की लिखा आया UDP, अगर असी TCP के पैकेट देखने तो we will write TCP। ठीक है ना, तो जेडे स्पैसीफिक प्रोटोकॉल के पैकेट देखने असी उहदे बारे लिख देवांगे। ठीक है, उस तो बाद असी मान लो कि किसी सर्वर नूं पिंग लाई। ठीक है, तो असी देखना भी किन्ने यूज़र ने सर्वर नूं पिंग लाई है। तो साडे कोल कमांड हैगी, असी चैक कर सकते हैं भी किहड़े सोर्स ने सर्वर नूं पिंग लाई है। असी लिखांगे TCP dump, फिर आई, फिर इंटरफेस का नाम, फिर वही N, उस तो बाद लिखांगे ICMP एंड उस तो सानू दस दूगा भी किहड़ा यूज़र जिहड़ा हैगा वो सर्वर नूं पिंग लगा रहा। ठीक है, ये साडा जिहड़ा सीगा रिजल्ट आ जाएगा भी किहड़ा यूज़र सर्वर नूं पिंग लगा रहा है। पिंग मतलब भी किहड़ा उहनूं कनैक्शन बनाउण दी कनैक्टिविटी चैक करने की कोशिश कर रहा है। ठीक है जी, हुण आपां इत्थे तक देख लिया भी किसी पोर्ट का डाटा लेना। हुण अपने को भी है कि किसी पोर्ट को एक्सैप्शन करनी है भी मैं एक पोर्ट नंबर ही छड्ड दूँ, मैनूं उहदा डाटा नहीं चाहिए, बाकी सारिया पोर्ट्स का डाटा चाहिए। मेरे को की एक्सैप्शन है
ਵੀ ਮੈਂ ਕਿਸੇ ਇੱਕ ਪੋਰਟ ਨੂੰ ਛੱਡ ਦੇਵਾਂ ਤੇ ਇੱਕ ਦਾ ਲੈ ਲਵਾਂ। ਆਪਾਂ ਹੁਣ ਅਗਲੀ ਉਹ ਕਮਾਂਡ ਲਾਵਾਂਗੇ, ਦੇਖੋ ਕਿ ਮੇਰੇ ਕੋਲ ਹੈਗਾ ਕਮਾਂਡ TCP dump आई इंटरफेस ਜਿਹੜਾ ਮੇਰਾ ਹੈਗਾ ਆ ਸਾਡਾ ਲੈਂਡ ਕਾਰਡ ਦਾ। ਉਸ ਤੋਂ ਬਾਅਦ ਅਸੀਂ ਕਮਾਂਡ ਲਵਾਂਗੇ ਪੋਰਟ ਨੋਟ, ਇਹਨੂੰ ਨਹੀਂ ਲੈਣਾ ਬਾਈ, ਇਹਦਾ ਮਤਲਬ 22 ਨੰਬਰ ਪੋਰਟ ਤੋਂ ਇਲਾਵਾ ਸਾਰੇ ਜਿਹੜੀਆਂ ਪੋਰਟਸ ਹੈਗੀਆਂ ਉਹਦਾ ਡਾਟਾ ਮੇਰੇ ਕੋਲ ਆ ਜਾਏਗਾ। ਮੈਂ C1 ਤਾਂ ਲਿਖਤਾ, ਮੈਨੂੰ ਇੱਕੋ ਹੀ ਪੈਕਟ ਚਾਹੀਦਾ, ਠੀਕ ਹੈ। ਜੇ ਮੈਂ ਨੰਬਰ ਆਫ ਪੈਕਟਸ ਨਹੀਂ ਲਿਖਦਾ ਤਾਂ ਮੇਰੇ ਕੋਲ ਸਾਰਾ ਹੀ ਨੰਬਰ ਆਫ ਪੈਕਟਸ ਤੁਰੇ ਆਉਣੇ ਹੈਗੇ। ਸੋ ਤੁਸੀਂ ਉਹਦੇ 'ਚ ਦੇਖੋ ਵੀ ਇਹ 'ਚ 22 ਨੰਬਰ ਪੋਰਟ ਦਾ ਡਾਟਾ ਨਹੀਂ ਆਊਗਾ। 22 ਨੰਬਰ ਪੈਕਟ ਜਿਹੜੀ 22 ਨੰਬਰ ਹੈਗੀ ਪੋਰਟ ਉਹਦੇ ਪੈਕਟਸ ਨਹੀਂ ਆਊਗੇ, ਠੀਕ ਹੈ। ਮਤਲਬ ਪਹਿਲਾਂ ਆਪਾਂ ਲਾਈ ਸੀਗੀ ਕਿ ਇੱਕ ਪਾਰਟੀਕੂਲਰ ਪੋਰਟ ਦੇ ਪੈਕਟ ਨੂੰ ਕੈਪਚਰ ਕਰਨਾ, ਠੀਕ ਹੈ। ਹੁਣ ਆਪਾਂ ਲਾਇਆ ਕਿ ਇੱਕ ਪਾਰਟੀਕੂਲਰ ਪੋਰਟ ਦੇ ਪੈਕਟਸ ਨੂੰ ਕੈਪਚਰ ਨਹੀਂ ਕਰਨਾ, ਵੀ ਇਹਦੇ ਪੈਕਟਸ ਨਹੀਂ ਕੈਪਚਰ ਕਰਨੇ, ਬਾਕੀ ਸਾਰੀਆਂ ਪੋਰਟਸ ਦੇ ਕਰਨੇ ਆ। ਸਮਝ ਲੱਗ ਗਈ? ਠੀਕ ਹੈ। ਉਸ ਤੋਂ ਬਾਅਦ ਅਸੀਂ ਕਿਸੇ ਪੈਕਟ ਨੂੰ ਸੇਵ ਕਿਵੇਂ ਕਰਨਾ ਹੈਗਾ, ਅਸੀਂ ਲਿਖਾਂਗੇ TCP dump W, ਠੀਕ ਹੈ। ਉਸ ਤੋਂ ਬਾਅਦ ਅਸੀਂ ਲਿਖਾਂਗੇ TCP dump, ਇਹ ਮੈਂ ਫਾਈਲ ਨੇਮ ਬਣਾਉਣਾ ਪਿਆ, ਦੇਖੋ TCP ਪਹਿਲਾਂ ਜਿਹੜਾ ਮੈਂ ਲਿਖਿਆ TCP dump that is a command, ਉਹ ਕਮਾਂਡ ਹੈਗੀ। ਉਸ ਤੋਂ ਬਾਅਦ ਮੈਂ ਲਿਖਿਆ W, ਠੀਕ ਹੈ, ਉਹ ਐਟਰੀਬਿਊਟ ਹੈ। ਉਸ ਤੋਂ ਬਾਅਦ ਮੈਂ ਲਿਖਿਆ TCP dump, ਇਹ ਮੈਂ ਫਾਈਲ ਦਾ ਨਾਮ ਰੱਖ ਲਿਆ .pcap, ਉਹ ਮੈਂ ਤੁਹਾਨੂੰ ਦੱਸਿਆ ਸੀ pcap ਇਹਦਾ ਕੀ ਆ, ਐਕਸਟੈਂਸ਼ਨ ਹੈਗੀ ਆ ਟੂ ਸੇਵ ਦਾ ਫਾਈਲ ਆਫ ਜਿੱਚ ਆਪਾਂ ਪੈਕਟ ਪਾ ਕੇ ਰੱਖਣਾ, ਠੀਕ ਹੈ। ਫਿਰ ਲਿਖਿਆ I, ਕਿਹੜੇ ਇੰਟਰਫੇਸ ਤੋਂ ਕਰਨਾ, ਉਹ ਮੈਂ ਇੰਟਰਫੇਸ ਮੇਰਾ ਉਹੀ ਹੈ, ਇੱਕ ਪੈਕਟ ਕਰਨਾ, C1 ਮਤਲਬ ਇੱਕ ਪੈਕਟ, ਤਾਂ ਇਹਨੇ ਮੇਰਾ ਪੈਕਟ ਉਹਦੇ ਵਿੱਚ ਸੇਵ ਕਰ ਦਿੱਤਾ, ਠੀਕ ਹੈ। ਸੇਵ ਹੁਣ ਮੈਨੂੰ ਨਾ ਡਿਸਪਲੇ ਨਹੀਂ ਹੋਊਗਾ ਸਾਰਾ ਕੁਝ ਵੀ, ਮੇਰਾ ਆਊਟਪੁੱਟ ਡਿਸਪਲੇ ਨਹੀਂ ਹੋਊਗੀ ਟਾਈਮ ਸਟੈਂਪ ਕੀ ਸੀ, ਕਿਉਂਕਿ ਇਹ ਸੇਵ ਹੋਇਆ। ਸਮਝ ਲੱਗੀ? ਇੱਥੇ ਮੈਨੂੰ ਸਿਰਫ ਇੰਨਾ ਆ ਜਾਊਗਾ ਕਿ ਪੈਕਟ ਤੁਹਾਡਾ ਸੇਵ ਹੋ ਗਿਆ। ਆਪਾਂ ਕੀ ਲਿਖਿਆ TCP dump W, TCP dump pcap ਉਹ ਫਾਈਲ ਦਾ ਨਾਮ ਹੈ, I ਇੰਟਰਫੇਸ ਹੈ, ਕਿੰਨੇ ਕਰਨੇ ਆ, ਇੱਕ ਪੈਕਟ ਕਰਨਾ। ਸੋ ਇਹ ਮੈਨੂੰ ਰਿਜ਼ਲਟ ਦਊਗਾ ਕਿ ਪੈਕਟ ਤੁਹਾਡਾ ਸੇਵ ਹੋ ਗਿਆ, ਠੀਕ ਹੈ। ਹੁਣ ਅਗਰ ਮੈਂ ਇਹਨੂੰ ਰੀਡ ਕਰਨਾ, ਹੁਣ ਮੈਨੂੰ ਦੇਖੋ ਇੱਥੇ ਆਊਟਪੁੱਟ ਤਾਂ ਆਈ ਨਹੀਂ ਕਿ ਮੇਰਾ ਸੋਰਸ ਐਡਰੈਸ ਕੀ ਸੀ, ਮੇਰਾ ਡੈਸਟੀਨੇਸ਼ਨ ਐਡਰੈਸ ਕੀ ਸੀ, ਮੇਰਾ ਪ੍ਰੋਟੋਕੋਲ ਕਿਹੜਾ ਚੱਲ ਰਿਹਾ ਸੀਗਾ। ਹੁਣ ਅਗਰ ਮੈਂ ਇਹ ਦੇਖਣਾ ਚਾਹੁੰਦਾ ਕਿ ਮੇਰਾ ਪੈਕਟ ਕੀ ਸੇਵ ਹੋਇਆ, ਮਤਲਬ ਕਹਿ ਲਓ ਟੂ ਰੀਡ ਦੈਟ ਫਾਈਲ, ਜਿਹੜੀ ਮੇਰੀ ਫਾਈਲ ਦਾ ਨਾਮ ਕੀ ਹੈ TCP dump pcap ਫਾਈਲ ਜਿਹੜੀ ਹੈ, ਅਗਰ ਮੈਂ ਹੁਣ ਉਹਨੂੰ ਰੀਡ ਕਰਨਾ ਚਾਹੁੰਦਾ ਤਾਂ ਮੇਰੇ ਕੋਲ ਕਮਾਂਡ ਹੈਗੀ ਹੈ TCP dump R ਮੀਨਸ ਰੀਡ, ਠੀਕ ਹੈ। W ਜਿਹੜਾ ਸੀਗਾ ਦੈਟ ਮੀਨਸ ਰਾਈਡ, W ਇੱਥੇ ਆਪਾਂ ਜਿਹੜਾ ਉੱਪਰ W ਲਾਇਆ ਸੀ ਦੈਟ ਮੀਨਸ ਰਾਈਟ, ਇੱਥੇ ਕੀ ਲਾਤਾ R ਮੀਨਸ ਰੀਡ। ਕਿਹੜੀ ਫਾਈਲ ਕਰਨੀ ਹੈ TCP dump pcap, ਇਹਨੇ ਦੇਖੋ ਮੈਨੂੰ ਆਊਟਪੁੱਟ ਦੇਤੀ ਕਿ ਜਿਹੜਾ ਪੈਕਟ ਮੇਰਾ ਸੇਵ ਸੀਗਾ ਉਹ ਮੈਨੂੰ ਸ਼ੋਅ ਕਰ ਦਿੱਤਾ ਕਿ ਮੇਰਾ ਪੈਕਟ ਕਿੱਥੋਂ ਆਇਆ ਸੀ ਤੇ ਕਿਹੜਾ ਸੋਰਸ ਐਡਰੈਸ ਹੈ, ਕਿਹੜਾ ਉਹਦਾ ਡੈਸਟੀਨੇਸ਼ਨ ਐਡਰੈਸ ਹੈ, ਠੀਕ ਹੈ। ਹੁਣ ਮੇਰੇ ਕੋਲ ਇੱਕ ਹੋਰ ਕਮਾਂਡ ਹੈ ਕਿ ਮੈਂ ਦੇਖਣਾ ਚਾਹੁੰਦਾ ਕਿ ਇੱਕ ਪਾਰਟੀਕੂਲਰ ਸੋਰਸ ਤੋਂ ਜਿਹੜੇ ਪੈਕਟ ਆ ਰਹੇ ਹੈਗੇ ਆ, ਮੈਂ ਉਹਨਾਂ ਨੂੰ ਕੈਪਚਰ ਕਰਾਂ। ਵੀ ਇੱਕ ਪਾਰਟੀਕੂਲਰ ਸੋਰਸ ਮਤਲਬ ਜੇ ਮੰਨ ਲਓ 10 ਕੰਪਿਊਟਰ ਮੇਰੇ ਨੈਟਵਰਕ ਦੇ ਵਿੱਚ, ਮੈਂ ਚਾਹੁੰਦਾ ਵੀ ਇੱਕ ਕੰਪਿਊਟਰ ਦਾ ਜਿਹੜਾ ਮਰਜ਼ੀ, ਮੰਨ ਲਓ ਕੰਪਿਊਟਰ ਨੰਬਰ 2 ਮੈਂ ਸੋਚ ਲਿਆ, ਮੈਂ ਉਹਦਾ IP ਐਡਰੈਸ ਦਊਂਗਾ ਤਾਂ ਇਟ ਵਿਲ ਸ਼ੋ ਮੀ ਦਾ ਪੈਕਟਸ ਆਫ ਦੈਟ ਪਾਰਟੀਕੂਲਰ ਸਿਸਟਮ। ਤਾਂ ਮੈਂ ਦੇਖੋ ਇੱਥੇ ਕੀ ਲਿਖਿਆ TCP dump I ਮਤਲਬ ਮੇਰਾ ਇੰਟਰਫੇਸ, ਸੋਰਸ ਕਿਹੜਾ ਦੇਤਾ ਐਡਰੈਸ ਮੈਂ ਉਹਦਾ ਸੋਰਸ ਦਾ, ਜਦੋਂ ਮੈਂ ਸੋਰਸ ਦਾ ਐਡਰੈਸ ਦਊਂਗਾ ਤੇ ਮੈਨੂੰ ਇਹਦੇ ਪੈਕਟ ਮਿਲ ਜਾਣਗੇ। ਸਿਮਿਲਰਲੀ ਅਗਰ ਮੈਂ ਕਿਸੇ ਡੈਸਟੀਨੇਸ਼ਨ ਦੇ ਪੈਕਟਸ ਚਾਹੁੰਦਾ ਵਾਂ ਤੇ ਮੈਂ ਸੋਰਸ ਦੀ ਜਗ੍ਹਾ ਤੇ ਕੀ ਲਿਖ ਦੂੰਗਾ ਡੈਸਟੀਨੇਸ਼ਨ, ਠੀਕ ਹੈ। ਮਤਲਬ ਅਗਰ ਮੇਰੇ ਸਿਸਟਮ ਦੇ ਵਿੱਚ 100 ਕੰਪਿਊਟਰ ਹੈ, ਮੈਂ ਚੈੱਕ ਕਰਨਾ ਚਾਹੁੰਦਾ ਕਿ ਮੇਰਾ ਕੰਪਿਊਟਰ ਨੰਬਰ 2 ਜਿਹੜਾ ਹੈਗਾ ਜਾਂ 3 ਕੰਪਿਊਟਰ ਨੰਬਰ ਜਿਹੜਾ ਮੇਰਾ ਪਿਆ ਹੋਇਆ ਉਹ ਕਿਹੜੇ ਪੈਕਟ ਭੇਜਦਾ ਪਿਆ, ਤੇ ਮੈਂ ਉਹਦੇ ਪੈਕਟ ਕੈਪਚਰ ਕਰਨ ਲਈ ਕੀ ਕਰੂੰਗਾ, ਕਮਾਂਡ ਲਿਖ ਦੂੰਗਾ TCP dump I ਮਤਲਬ ਇੰਟਰਫੇਸ, ਠੀਕ ਹੈ। ਉਸ ਤੋਂ ਬਾਅਦ ਸੋਰਸ ਦਾ IP ਐਡਰੈਸ ਲਾ ਦੂੰਗਾ, ਠੀਕ ਹੈ। ਅਗਰ ਸੋਰਸ ਤੋਂ ਕਰਨਾ ਹੈ, ਡੈਸਟੀਨੇਸ਼ਨ ਤੋਂ ਕਰਨੇ ਤਾਂ ਡੈਸਟੀਨੇਸ਼ਨ ਦਾ IP ਐਡਰੈਸ ਲਗਾ ਦੂੰਗਾ, ਠੀਕ ਹੈ। ਇਨ ਦਿਸ ਵੇ
ਇਹ ਮੇਰੇ ਪੈਕਟ ਕੈਪਚਰ ਹੋ ਜਾਣਗੇ। ਕਲੀਅਰ ਹੈ? ਕਲੀਅਰ ਹੈ ਬੱਚੇ? ਠੀਕ ਹੈ। ਹੁਣ ਜਿਹੜੇ ਮੇਰੇ ਪੈਕਟ ਕੈਪਚਰ ਹੋ ਗਏ, ਠੀਕ ਹੈ, ਉਹਨਾਂ ਨੂੰ ਮੈਂ ਕਨਵਰਟ ਵੀ ਕਰ ਸਕਦਾ ਹੈਕਸਾਡੈਸੀਮਲ ਫਾਰਮ 'ਚ ਜਾਂ ਆਸਕੀ ਫਾਰਮ ਦੇ ਵਿੱਚ। ਉਹਦੇ ਵਾਸਤੇ ਕੀ ਕਮਾਂਡ ਹੈ? TCP ਡੰਪ, I ਮਤਲਬ ਇੰਟਰਫੇਸ, X ਜਿਹੜੀ ਕਮਾਂਡ ਹੈਗੀ ਇਟ ਵਿਲ ਕਨਵਰਟ ਇਨਟੂ ਹੈਕਸਾਡੈਸੀਮਲ ਫਾਰਮੈਟ। ਉਸ ਤੋਂ ਬਾਅਦ ਮੈਂ ਕੀ ਲਾਤਾ C1, ਮਤਲਬ ਇੱਕੋ ਹੀ ਪੈਕਟ ਆਵੇ, ਉਹਨੂੰ ਕਨਵਰਜਨ ਕੈਚ ਹੋ ਜਾਵੇ ਹੈਕਸਾਡੈਸੀਮਲ ਫਾਰਮੈਟ 'ਚ। ਦੇਖੋ ਹੁਣ ਕੀ ਹੁੰਦਾ, ਹੁਣ ਇਹਨੇ ਨਾ ਆ ਦੇਖੋ ਆ ਸੇਮ ਜਿੱਦਾਂ ਪਹਿਲਾਂ ਹੁੰਦਾ ਸੀ, ਟਾਈਮ ਸਟੈਂਪ ਆ ਗਿਆ, IP ਐਡਰੈਸ ਆ ਗਿਆ, ਸਰਵਿਸ ਆ ਗਈ, ਠੀਕ ਹੈ। ਹੁਣ ਨੀਚੇ ਦੇਖੋ ਕਿ ਜੋ ਵੀ ਮੇਰਾ ਰਿਜ਼ਲਟ ਸੀਗਾ, ਜੋ ਮੇਰਾ ਪੈਕਟ ਦਾ ਰਿਜ਼ਲਟ ਸੀ, ਉਹਦੀ ਕਨਵਰਜਨ ਕਿੱਥੇ ਕੱਚ ਹੋ ਗਈ ਹੈ। ਆ ਦੇਖੋ 0x00, ਇਹ ਕਿਹੜਾ ਫਾਰਮੈਟ ਹੈ? ਹੈਕਸਾਡੈਸੀਮਲ। ਹੈਕਸਾਡੈਸੀਮਲ ਪਤਾ ਨਾ ਕੀ ਹੁੰਦਾ? यस सर। ਠੀਕ ਹੈ, ਮਤਲਬ ਮੇਰਾ ਪੈਕਟ ਜਿਹੜਾ ਸੀ ਉਹਨੂੰ ਮੈਂ ਕੱਚ ਕਨਵਰਟ ਕਰ ਲਿਆ ਹੈਕਸਾਡੈਸੀਮਲ 'ਚ। ਠੀਕ ਹੈ। यस सर। ਸੋ ਜਿਹੜਾ ਮੇਰਾ ਰਿਜ਼ਲਟ ਆਉਂਦਾ ਸੀਗਾ ਉਹਨੂੰ ਮੈਂ ਹੈਕਸਾਡੈਸੀਮਲ 'ਚ ਕਨਵਰਟ ਕਰ ਲਿਆ।